मेरे सतगुर औखे वेले नाम दी शामा करदे ने। मेरे सतगुर उदासीन आश्रम डेरा चंगली विखे श्रीमान बाबा सुरमुखदास जी की सालाना बरसी अस्थान के मौजूदा गद्दी नशीन श्रीमान महंत बिशन दास जी देखरेख हेठ समूह नगर निवासियों इलाके दी संगतां नगर पंचायतां दे सहयोग नाल बहुत ही शरधा नाल मनाई गई। इस मौके आरंभे पाठां दे भोग पाए गए। देशां विदेशां तो वड्डी गिनती विच संगतां दे हाज़रियां भरियां। आओ तुहानूं दर्शन कराउने आ इस अस्थान दे। मेरे सतगुर औखे वेले नाम दियां शावां करदे ने। मेरे सतगुर औखे वेले नाम दियां शावां करदे ने। मेरे सतगुर औखे वेले नाम दियां शावां करदे ने। मेरे सतगुर औखे वेले नाम दियां शावां करदे ने। कट के लेख मथे दे माड़े, कट के लेख मथे दे माड़े, लेख मथे दे माड़े, कट के 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 लेख मथे दे माड़े हंस कावां तो कर देने। कट के लेख मथे दे माड़े हंस कावां तो कर देने। कट के लेख मथे दे माड़े हंस कावां तो कर देने। कट के लेख मथे दे माड़े हंस कावां तो कर देने। मेरे सतगुर औखे वेले नाम दियां शावां करदे ने। मेरे सतगुर औखे वेले नाम दियां शावां करदे ने। मेरे सतगुर औखे वेले नाम दियां शावां करदे ने। मेरे सतगुर औखे वेले नाम दियां शावां करदे ने। शावां करदे ने सतगुर 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 शावां करदे ने। मेरे सतगुर औखे वेले नाम दियां शावां करदे ने। मेरे सतगुर औखे वेले नाम दियां शावां करदे ने। मेरे सतगुर औखे वेले नाम दियां शावां करदे ने। मेरे सतगुर औखे वेले नाम दियां शावां करदे ने। मेरे सतगुर औखे वेले नाम दियां शावां करदे ने। शावां करदे ने सतगुर 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 शावां करदे ने। मेरे सतगुर औखे वेले नाम दियां शावां। हट हट बिकाई हुंदा अंत शरीर दा। साधु अजर अमर नित रहिंदी हुंदा अंत शरीर दा। साधु अजर हुंदा अंत शरीर दा। साधु अजर अमर नित रहिंदी हुंदा। प्रेम पटूला तैं सह देता, प्रेम पटूला तैं सह देता। टकन कूपत मेरी, टकन कूपत मेरी।
ਢਾਕਣ ਕੂਪਤ ਮੇਰੀ ਦਾਨਾ ਬੀਨਾ ਸਾਈ ਮੰਡਾ ਦਾਨਾ ਬੀਨਾ ਸਾਈ ਮੰਡਾ ਬੀਨਾ ਸਾਈ ਮੰਡਾ ਦਾਨਾ 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 ਬੀਨਾ ਸਾਈ ਅੰਨਾਂ ਤੇ ਹੁੰਦਾ ਅੰਤ ਸਰੀਰ ਦਾ ਸਾਧੂ ਅਜਰ ਅਮਰ ਨਿਤ ਰਹਿੰਦੇ ਹੁੰਦਾ ਅੰਤ ਸਰੀਰ ਦਾ ਸਾਧੂ ਅਜਰ ਅਮਰ ਨਿਤ ਰਹਿੰਦੇ ਹੁੰਦਾ ਅੰਤ ਸਰੀਰ ਦਾ ਮਹੰਤ ਬਿਸ਼ਨ ਦਾਸ ਜੀ ਦੀ ਦੇਖਰੇਖ ਹੇਠ ਹੋਏ ਸਮਾਗਮਾਂ ਮੌਕੇ ਮਹਾਮੰਡਲੇਸ਼ਵਰ ਡਾਕਟਰ ਸਵਾਮੀ ਰਾਮ ਪ੍ਰਕਾਸ਼ ਸ਼ਾਸਤਰੀ ਜੀ ਢੁੱਡੀ ਗੋਲਡ ਮੈਡਲਿਸਟ, ਮਹੰਤ ਵੇਦ ਪ੍ਰਕਾਸ਼ ਜੀ ਤਤਾਰੀਏਵਾਲਾ, ਮਹੰਤ ਧੋਣੀ ਦਾਸ ਜੀ ਪ੍ਰੈਜ਼ੀਡੈਂਟ, ਮਹੰਤ ਸੋਹਣ ਦਾਸ ਜੀ ਦਾਇਆ ਕਲਾਂ, ਮਹੰਤ ਹਰੀਦਾਸ ਜੀ ਮਾਹਿਲਪੁਰ, ਮਹੰਤ ਮੱਖਣ ਮੁਨੀ ਜੀ ਕਰੀਪੁਰ ਡੁੰਮ, ਮਹੰਤ ਮੱਗਰ ਦਾਸ ਜੀ ਮਹਿਲਾ ਚੌਂਕ, ਮਹਾਮੰਡਲੇਸ਼ਵਰ ਡਾਕਟਰ ਸਵਾਮੀ ਚੰਦਰਮੁਨੀ ਸ਼ੇਰੋਂ, ਮਹੰਤ ਧਰਮਮੁਨੀ ਝਨੀਰ, ਮਹਾਮੰਡਲੇਸ਼ਵਰ ਸਵਾਮੀ ਜੋਗਿੰਦਰਾਨੰਦ ਜੀ ਸੰਗਰੀਆ ਮੰਡੀ, ਮਹੰਤ ਬੈ ਸ਼ਿਵਰਾਮ ਦਾਸ ਜੀ ਭਾਵਾ, ਮਹੰਤ ਸੋਹਣ ਦਾਸ ਜੀ ਬੀਜਾ ਨਗਰ, ਮਹੰਤ ਬਚਨ ਦਾਸ ਜੀ ਖਲਿਆਣ, ਮਹੰਤ ਰਾਮਦਾਸ ਜੀ ਜੌਲਾ, ਸੰਤ ਗੁਰੂ ਰਾਮਦਾਸ ਜੀ ਜੌਲਾ, ਮਹੰਤ ਜਗਦੀਪ ਦਾਸ ਜੀ ਲੰਮਾ ਜੱਟਪੁਰਾ, ਸਵਾਮੀ ਆਤਮਾਨੰਦ ਜੀ ਕੁਠਾਲਾ, ਮਹੰਤ ਹੰਸਦਾਸ ਜੀ ਅਲਾਲ, ਮਹੰਤ ਅਮਰਦਾਸ ਜੀ ਚੱਕ ਦੇ ਸਰਾਜ, ਮਹੰਤ ਰੈਂਕਮੁਨੀ ਲੱਛਾਬਦੀ, ਮਹੰਤ ਹਿੰਮਤ ਪ੍ਰਕਾਸ਼ ਜੀ ਸਰਹਾਲਾ, ਮਹੰਤ ਬੂਟੀ ਦਾਸ ਜੀ ਭੂਦਨ ਸਮੇਤ ਅਨੇਕਾਂ ਮਹਾਂਪੁਰਸ਼ ਪੁੱਜੇ। ਸਾਧੂ ਜੱਗ ਵਿੱਚ ਰਹਿੰਦੇ ਨੇ ਬਗਾਨੇ ਬਣ ਕੇ, ਜੱਗ ਵਿੱਚ ਰਹਿੰਦੇ ਨੇ ਬਗਾਨੇ ਬਣ ਕੇ, ਸਾਧੂ ਜੱਗ ਵਿੱਚ ਰਹਿੰਦੇ ਨੇ ਬਗਾਨੇ ਬਣ ਕੇ, ਹੁੰਦੇ ਹੀਰਿਆਂ ਤੋਂ ਮਹਿੰਗੇ, ਹੁੰਦੇ ਹੀਰਿਆਂ ਤੋਂ ਮਹਿੰਗੇ, ਹੁੰਦੇ ਹੀਰਿਆਂ ਤੋਂ ਮਹਿੰਗੇ, ਹੁੰਦੇ ਹੀਰਿਆਂ ਤੋਂ ਮਹਿੰਗੇ, ਹੁੰਦੇ ਹੀਰਿਆਂ ਤੋਂ ਮਹਿੰਗੇ ਰਹਿੰਦੇ ਆਨੇ ਬਣ ਕੇ, ਹੁੰਦੇ ਹੀਰਿਆਂ ਤੋਂ ਮਹਿੰਗੇ ਰਹਿੰਦੇ ਆਨੇ ਬਣ ਕੇ, ਹਾਂ ਇਹ ਹੱਥ ਹੁੰਦੇ ਹੀਰਿਆਂ ਤੋਂ ਮਹਿੰਗੇ ਆਨੇ ਬਣ ਕੇ, ਸਾਧੂ ਜੱਗ ਵਿੱਚ ਰਹਿੰਦੇ ਨੇ ਬਗਾਨੇ ਬਣ ਕੇ, ਜੱਗ ਵਿੱਚ ਰਹਿੰਦੇ ਨੇ ਬਗਾਨੇ ਬਣ ਕੇ, ਬੇਗਾਨੇ ਬਣ ਕੇ, ਸਾਧੂ ਜੱਗ ਵਿੱਚ ਰਹਿੰਦੇ ਨੇ ਬਗਾਨੇ ਬਣ ਕੇ, ਜੱਗ ਵਿੱਚ ਰਹਿੰਦੇ ਨੇ। ਮੈਂ ਜਦੋਂ ਪਹਿਲਾਂ ਇੱਥੇ ਸਟੇਜ ਤੇ ਆਇਆ ਸੀ, ਛੋਟੀ ਜਿਹੀ ਗੱਲ ਮੈਨੂੰ ਯਾਦ ਆ ਗਈ ਤੇ ਪੂਰਨ ਭਗਤ ਦੀ ਕਥਾ ਢਾਡੀ ਜਨ ਆਪਣੇ ਗਾ ਰਹੇ ਸੀ। ਜਦੋਂ ਰਾਣੀ ਸੁੰਦਰਾ ਨੇ ਪੁੱਛਿਆ ਸੀ ਨਾ ਵਜ਼ੀਰ ਨੂੰ, ਕਿਉਂਕਿ ਉਹ ਪਿਤਾ ਸਮਝਦੀ ਸੀ ਉਹਨੂੰ ਆਪਦਾ, ਬਾਅਦ ਚ ਪਤਾ ਲੱਗਾ ਵੀ ਮੇਰਾ ਪਿਤਾ ਤਾਂ ਕੋਈ ਹੋਰ ਸੀ। ਉਹਦੇ ਪਿਤਾ ਨੂੰ ਸੰਤਾਂ ਦੇ ਸ਼ਰਾਫ ਦੇ ਨਾਲ ਮੌਤ ਹੋ ਗਈ ਸੀ ਉਹਦੀ, ਤੇ ਉਹ ਕਹਿੰਦੀ ਵੀ ਇਹ ਸਾਧੂ ਜਨ ਜਿਹੜੇ ਸੰਤ ਜਨ ਹੁੰਦੇ ਆ, ਇਹ ਕਹਿੰਦੀ ਕੀ ਏਦਾਂ ਦੀ ਚੀਜ਼ ਇਹਨਾਂ ਨੂੰ ਪ੍ਰਾਪਤ ਹੈ ਜੋ ਬੰਦੇ ਨੂੰ ਮਾਰ ਦਿੰਦੇ ਨੇ, ਜੋ ਬੰਦੇ ਨੂੰ ਸ਼ਰਾਪ ਦੇ ਦਿੰਦੇ ਨੇ। ਤੇ ਵਜ਼ੀਰ ਉਹ ਕਹਿੰਦਾ ਇਹਨਾਂ ਦੇ ਹੱਡ ਗਾਲੇ ਹੁੰਦੇ ਨੇ, ਕਹਿੰਦਾ ਤਪੱਸਿਆ ਦੇ ਨਾਲ ਹੱਡ ਗਾਲਦੇ ਨੇ, ਉਹ ਪਰਮਾਤਮਾ ਦੇ ਧਿਆਨ ਦੇ ਵਿੱਚ, ਉਹਦੇ ਚਿੰਤਨ ਦੇ ਵਿੱਚ, ਉਹਦੀ ਤਪੱਸਿਆ ਦੇ ਵਿੱਚ ਲੀਨ ਰਹਿੰਦੇ ਨੇ। ਇਸ ਕਰਕੇ ਸਰਸਵਤੀ ਇਹਨਾਂ ਦੇ ਜ਼ੁਬਾਨ ਤੇ ਵਾਸ ਕਰਦੀ ਆ, ਜਿਸ ਕਾਰਨ ਕਰਕੇ ਜਿਹੜਾ ਇਹਨਾਂ ਦੇ ਵਚਨ ਨੇ ਉਹ ਫਿਰਦੇ ਨੇ
ਸੰਤ ਬਚਨ ਅਤਲਾਦਾ ਸਾਧੂ ਦਾ ਬਚਨ ਖਾਲੀ ਨਹੀਂ। ਸਾਧੂ ਬੋਲੇ ਸਹਿ ਸੁਭਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਆਪਾਂ ਸੰਤਾਂ ਤੋਂ ਕਈ ਵਾਰ ਕਈ ਮੇਰੇ ਵਰਗੇ ਬਚਨ ਲੈ ਜਾਂਦੇ ਨੇ, ਤੁਸੀਂ ਵੀ ਦੇਖਿਆ ਹੋਣਾ। ਆਪਾਂ ਵੀ ਸੰਗਤ ਦੇ ਵਿੱਚ ਨਾ ਆਪਾਂ ਕਈ ਗੱਲਾਂ ਸੰਤਾਂ ਨੂੰ ਜ਼ਬਰਦਸਤੀ ਕਹਿੰਦੇ ਵੀ ਨਹੀਂ ਬਾਬਾ ਜੀ ਆ ਕਹਿ ਦਿਓ, ਬਾਬਾ ਜੀ ਆ ਕਹਿ ਦਿਓ, ਬਾਬਾ ਜੀ ਆ ਕਰ ਦਿਓ। ਚਾਹੇ ਸਾਧੂ ਦਾ ਮਨ ਹੈ ਚਾਹੇ ਨਹੀਂ ਹੈ, ਆਪਾਂ ਕਈ ਗੱਲਾਂ ਕਹਾਣ ਦੀਆਂ ਕੋਸ਼ਿਸ਼ ਕਰਦੇ ਨੇ। ਬਾਬਾ ਜੀ ਨਹੀਂ, ਬਸ ਤੁਸੀਂ ਜਿਵੇਂ ਉਹ ਇੱਕ ਸਾਡੇ ਕੋਲੇ ਬੰਦਾ ਆਇਆ ਘਰੋਂ, ਕਿਤੇ ਬੋਰ ਲਾਣਾ ਸੀ ਖੇਤ ਦੇ ਵਿੱਚ, ਘਰੋਂ ਹੀ ਪਲੈਨਿੰਗ ਕਰਕੇ ਆਇਆ ਸੀ ਤੇ ਕਹਿੰਦਾ ਬਾਬਾ ਜੀ ਬੋਰ ਲਾਣਾ। ਮੈਂ ਕਿਹਾ ਬਈ ਦੱਸ, ਕੋਈ ਗੱਲ ਨਹੀਂ ਦੱਸੋ, ਦਿਨ ਵਾਰ ਕੱਢ ਦਿੰਨੇ ਆ। ਕਹਿੰਦਾ ਨਹੀਂ ਬਾਬਾ ਜੀ ਦਿਨ ਵਾਰ ਤਾਂ ਮੈਂ ਕੱਢ ਕੇ ਲਿਆਇਆ। ਮੈਂ ਕਿਹਾ ਵੀ ਦਿਖਾ। ਉਹ ਦਿਖਾਇਆ ਪਰਚਾ ਵੀ ਬਾਬਾ ਜੀ ਆਹ ਦਿਨ ਆਪਾਂ ਬੋਰ ਲਾਣਾ ਮਸ਼ੀਨ ਮਿਲਣੀ ਆ ਤੇ ਤੁਸੀਂ ਦੱਸ ਦਿਓ ਬਸ। ਮੈਂ ਕਿਹਾ ਵੀ ਦਿਨ ਆਪਾਂ ਹੋਰ ਦੇਖ ਲੈ। ਨਹੀਂ ਬਾਬਾ ਜੀ ਕਹਿੰਦਾ ਦਿਨ ਤਾਂ ਆਹੀ ਰੱਖਣਾ ਆ ਆਪਾਂ। ਫਿਰ ਮੈਂ ਕਿਹਾ ਜਦ ਤੂੰ ਘਰੋਂ ਹੀ ਸਾਰਾ ਕੁਝ ਕਰਕੇ ਆਇਆ, ਸਲਾਹ ਘਰੋਂ ਹੀ ਕਰਕੇ ਆਇਆ, ਫਿਰ ਸਾਡੇ ਕਹਿਣ ਦੀ ਕੀ? ਕਹਿੰਦਾ ਨਹੀਂ ਬਾਬਾ ਜੀ ਤੁਹਾਡੇ ਤੋਂ ਕਹਾਣਾ ਆ ਵੀ ਲਾ ਦਿਓ ਬਸ, ਤੁਸੀਂ ਬਸ ਹੁਕਮ ਕਰ ਦਿਓ ਆਪਾਂ ਲਾ ਦੇਣਾ। ਤੇ ਗੱਲ ਇਹ ਆ ਵੀ ਕਈ ਬਚਨ ਆਪਾਂ ਸਾਧੂਆਂ ਤੋਂ ਆਪ ਦਾ ਪ੍ਰੈਸ਼ਰ ਪਾ ਕੇ ਵੀ ਨਹੀਂ ਬਾਬਾ ਜੀ ਤੁਸੀਂ ਕਹਿ ਦਿਓ ਬਸ, ਤੁਸੀਂ ਕਹਿ ਦਿਓ ਬਸ। ਚਾਹੇ ਸਾਧੂ ਦਾ ਮਨ ਹੈ ਚਾਹੇ ਨਹੀਂ ਹੈ, ਆਪਾਂ ਗੱਲਾਂ ਮਨਾਉਣ ਦੀ ਕੋਸ਼ਿਸ਼ ਕਰਦੇ। ਫਿਰ ਕਹਿੰਦੇ ਸੰਤਾਂ ਦਾ ਬਾਬੇ ਨੇ ਬਚਨ ਕਰਿਆ ਸੀ, ਫੁਰਿਆ ਨਹੀਂ। ਫੁਰੇ ਕਿਵੇਂ? ਫੁਰੇ ਕਿਵੇਂ? ਕਿਉਂ? ਸਾਧੂ ਦਾ ਮਨ ਤਾਂ ਸੀ ਨਹੀਂ ਤੈਨੂੰ ਬਚਨ ਕਰਨ। ਬਚਨ ਉਦੋਂ ਫੁਰਦੇ ਨੇ ਜਦੋਂ ਸਾਧੂ ਮੌਜ 'ਚ ਹੋਵੇ, ਸੰਤ ਮੌਜ 'ਚ ਹੋਵੇ ਤੇ ਬਚਨ ਕਰਦੇ ਜਾ ਬੱਚਾ ਜਾ, ਖਾਲੀ ਨਹੀਂ ਮੁੜਦਾ, ਜਾ ਚਲਿਆ ਜਾ। ਉਹ ਬਚਨ ਉਹ ਫੁਰਦੇ ਨੇ ਜਦੋਂ ਮੌਜ 'ਚ ਕਰਦੇ। ਸਾਧੂ ਦੀ ਮੌਜ ਹੁੰਦੀ ਆ ਤੇ ਕਹਿ ਕੇ ਕਹਾ ਕੇ ਕੋਈ ਬਚਨ ਲੈ ਲੈਣੇ, ਉਹ ਬਚਨ ਥੋੜੀ ਹੁੰਦੇ ਨੇ। ਉਹਦੇ ਇੱਕ ਆਪਾਂ ਪ੍ਰੈਸ਼ਰ ਪਾ ਕੇ ਸੰਤ ਤੋਂ ਕਹਿੰਦੇ ਵੀ ਨਹੀਂ ਬਾਬਾ ਜੀ ਤੁਸੀਂ ਕਹਿ ਦਿਓ। ਸੋ ਕਹਿੰਦੇ ਨੇ ਸਾਧੂ ਕੰਦਰਾਂ ਪਹਾੜੀਆਂ ਵਿੱਚ ਰਹਿੰਦੇ, ਦੇਖੀ ਦੇਵੀ ਨਾ ਬਚਨਾਂ ਨੂੰ ਰੋਲ ਬੱਚਾ। ਇਹ ਤਾਂ ਪੱਥਰਾਂ ਨੂੰ ਵੀ ਜਿਵਾ ਦਿੰਦੇ, ਹੁੰਦੀ ਨਾਮ ਵਾਲੀ ਰਸਨਾ ਤੇ ਲੋਰ ਬੱਚਾ। ਆਪ ਸਭ ਸੰਗਤ ਦੇ ਬੜੇ ਹੀ ਉੱਤਮ ਚੰਗੇ ਭਾਗ ਹਨ। ਜਿਸ ਸਮੇਂ ਆਪਾਂ ਸਿੱਧਾ ਮਹਾਂਪੁਰਸ਼ਾਂ ਦੇ ਤਪ ਸਥਾਨ ਤੇ ਸੰਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਿਓ। ਹੁੰਦੇ ਭਾਗ ਜਿਨ੍ਹਾਂ ਦੇ ਚੰਗੇ ਚੱਲ ਕੇ ਸਤਸੰਗ ਆਉਂਦੇ ਨੇ, ਉਹ ਤਾਂ ਕਰਮਹੀਣ ਜਗ ਮਾਹੀ ਜੋ ਦਰ ਪੈਰ ਨਾ ਪਾਉਂਦੇ ਨੇ। ਸਤ ਸੰਗਤ ਦੇ ਵਿੱਚ ਆਵੀਂ, ਗੁਰਾਂ ਦੇ ਚਰਨੀ ਸੀਸ ਨਿਵਾਵੀਂ, ਪੰਜਾਂ ਚੋਰਾਂ ਤੋਂ ਬਚ ਜਾਵੀਂ ਜੋ ਤੈਨੂੰ ਭੜਕਾਉਂਦੇ ਨੇ। ਸੋ ਗੁਰਮੁਖੋ ਪੰਜ ਚੋਰ ਕਿਹੜੇ ਹਨ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਮਾਨਸ ਦੀ ਆ ਹੀਰਾ, ਇਸ ਨੂੰ ਘਾਤ ਲਈ ਬੈਠੇ ਆ ਵੀ ਕਦੋਂ ਇਸ ਮਾਨਸ ਦੇਹ ਨੂੰ ਲੁੱਟਿਆ ਜਾਵੇ। ਸੋ ਆਪ ਸਭ ਤੇ ਉੱਤਮ ਇਸ ਨਗਰ ਦੇ, ਇਸ ਇਲਾਕੇ ਦੇ, ਜਿਸ ਨਗਰ ਦੇ ਵਿੱਚ ਆਪ ਸਭ ਸੰਗਤਾਂ ਮਹਾਂਪੁਰਸ਼ਾਂ ਤਪ ਸਥਾਨ ਤੇ ਪਹੁੰਚ ਕੇ ਸੰਤਾਂ ਮਹਾਂਪੁਰਸ਼ਾਂ ਦਰਸ਼ਨ ਕਰਿਓ, ਆਪਣੇ ਜੀਵਨ ਨੂੰ ਸਫਲਾ ਬਣਾ ਰਿਓ। ਸੋ ਬਾਬਾ ਸ਼੍ਰੀ ਚੰਦ ਮਹਾਰਾਜ ਦੇ ਉਪਦੇਸ਼ ਅਨੁਸਾਰ ਛੇ ਤੂ ਨਗਰੀ ਤਾਰੋ ਗ੍ਰਾਮ, ਅਲਖ ਪੁਰਖ ਕਾ ਸਿਮਰੋ ਨਾਮ। ਸੋ ਗੁਰਮੁਖੋ ਇਹ ਜੋ ਮਾਨਸ ਦੇਹੀ ਹੈ ਨਾ, ਹੀਰਾ ਹੈ, ਇਸ ਨੂੰ ਆਪਾਂ ਨੇ ਕੋਡੀਆਂ ਦੇ ਭਾਅ ਨਹੀਂ ਵੇਚਣਾ ਚਾਹੀਦਾ। ਇੱਕ ਇਨਸਾਨ ਦੂਸਰੇ ਇਨਸਾਨ ਨੂੰ ਪੁੱਛਦਾ ਹੈ ਵੀ ਇਸ ਸੰਸਾਰ ਦੇ ਵਿੱਚ ਉਹ ਕਿਹੜੀ ਵਸਤੂ ਹੈ ਜਿਹਦੀ ਕੋਈ ਕੀਮਤ ਨਹੀਂ ਹੈ, ਤਾਂ ਉਹ ਕਹਿਣ ਲੱਗਾ ਹੀਰਾ ਹੈ। ਕਿੱਥੋਂ ਮਿਲੇਗਾ? ਸਮੁੰਦਰ ਦੇ ਵਿੱਚੋਂ। ਸਾਧ ਸੰਗਤ ਉਹ ਇਨਸਾਨ ਹੀਰੇ ਦੀ ਭਾਲ ਵਿੱਚ ਸਮੁੰਦਰ ਦੇਵਤਾ ਕੋਲ ਗਿਆ, ਨਮਸਕਾਰ ਕੀਤੀ, ਕਿਹਾ ਕਿ ਮੈਨੂੰ ਹੀਰਾ ਦੇ ਦੇਵੋ। ਤਾਂ ਸਮੁੰਦਰ ਦੇਵਤਾ ਕਹਿਣ ਲੱਗਿਆ ਭਾਈ ਤਾਂ ਹੀਰਾ ਕੀ ਕਰਨਾ? ਉਹ ਕਹਿੰਦਾ ਮੈਨੂੰ ਚਾਹੀਦਾ। ਸਮਾਂ ਪਾ ਕੇ ਸਮੁੰਦਰ ਦੇਵਤਾ ਨੇ ਉਸਨੂੰ ਹੀਰਾ ਦੇ ਦਿੱਤਾ। ਝੋਲੀ ਇੱਕ ਗੁੱਥੜੀ ਇਹਦੇ ਵਿੱਚ ਸਮਾ ਕੇ ਦਿੱਤਾ। ਸਾਧ ਸੰਗਤ ਜੀ ਉਸ ਇਨਸਾਨ ਨੇ ਹੀਰਾ ਲੈ ਕੇ ਚੱਲ ਪਿਆ। ਰਾਸਤੇ ਵਿੱਚ ਉਸਨੂੰ ਪੰਜ ਚੋਰ ਮਿਲ ਗਏ, ਪੰਜ ਠੱਗ, ਜੋ ਉਸ ਨਾਲ ਮਿੱਤਰਤਾ ਕਰ ਲੈਂਦੇ ਨੇ। ਮਿੱਤਰਤਾ ਕਰਦੇ ਕਰਦੇ ਕਈ ਦਿਨ ਬਤੀਤ ਹੋ ਗਏ। ਇੱਕ ਦਿਨ ਠੱਗਾਂ ਨੇ ਕਿਹਾ ਉਸ ਇਨਸਾਨ ਨੂੰ ਕਿ ਭਾਈ ਇਹ ਆਪਾਂ ਬਹੁਤ ਹੀ ਗੂੜੇ ਮਿੱਤਰ ਬਣ ਚੁੱਕੇ, ਦੋਸਤ ਬਣ ਚੁੱਕੇ, ਕੋਈ ਖਾਣ ਪੀਣ ਨੂੰ, ਕੋਈ ਦੁਕਾਨ ਤੋਂ ਕੋਈ ਵਸਤੂ ਲੈ ਕੇ ਆ। ਤਾਂ ਸਾਧ ਸੰਗਤ ਜੀ ਉਸਨੇ ਇੱਕ ਧੇਲਾ ਦੇ ਦਿੱਤਾ ਠੱਗਾਂ ਨੇ ਉਸ ਇਨਸਾਨ ਨੂੰ ਜਿਸ ਕੋਲ ਹੀਰਾ ਸੀ। ਤਾਂ ਉਹ ਧੇਲਾ ਲੈ ਕੇ ਦੁਕਾਨ ਤੇ ਗਿਆ ਤੇ ਕੁਝ ਖਾਣ ਨੂੰ ਛੋਲੇ ਲੈ ਆਇਆ ਤੇ ਛੋਲੇ ਲਿਆ ਕੇ ਠੱਗਾਂ ਨੂੰ ਦੇ ਦਿੱਤੇ। ਇੱਕ ਕੋਡੀਆਂ ਭਾਵ ਕੋਡੀਆਂ ਜੋ ਵਾਪਸੀ ਮੋੜ ਦਿੰਦੀਆਂ। ਤਾਂ ਠੱਗਾਂ ਨੇ ਕਿਹਾ ਭਾਈ ਇੱਕ ਕੋਡੀ ਘੱਟ ਹੈ। ਸਾਰੀ ਸੰਗਤ ਨੇ ਬੋਲਣਾ ਮੇਰੇ ਨਾਲ। ਹੀਰਾ ਜਨਮੀ ਅਮੋਲਿਕ ਤੇਰਾ, ਬਿਰਥਾ ਜਾਵੇ ਨਾਮ ਤੋਂ ਬਿਨਾ। ਹੀਰਾ ਜਨਮੀ ਅਮੋਲਿਕ ਤੇਰਾ, ਬਿਰਥਾ ਜਾਵੇ ਨਾਮ ਤੋਂ ਬਿਨਾ। ਸਾਰੀ ਸੰਗਤ ਜਨਮ ਅਮੋਲਕ ਤੇਰਾ, ਬਿਰਥਾ ਜਾਵੇ ਨਾਮ ਤੋਂ ਬਿਨਾ। ਹੀਰਾ ਜਨਮੀ ਅਮੋਲਿਕ ਤੇਰਾ, ਬਿਰਥਾ ਜਾਵੇ ਨਾਮ ਤੋਂ ਬਿਨਾ। ਸਭ ਤੋਂ ਪਹਿਲਾਂ ਮੈਂ ਆਪ ਸਭ ਜੀ ਨੂੰ
ਵਧਾਈਆਂ ਦੇ ਕੇ ਆਪ ਜੀ ਨਾਲ ਵਿਚਾਰ ਸਾਂਝੇ ਕਰਾਂਗਾ। ਵਧਾਈਆਂ ਇਹ ਹਨ ਕਿ ਆਪਾਂ ਸਾਰਿਆਂ ਨੇ ਹੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਮਿਟੀ ਧੁੰਦ ਜਗ ਚਾਨਣ ਹੋਇਆ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦੇ ਗੁਰਪੁਰਬ ਸਾਰਿਆਂ ਨੇ ਆਪੋ ਆਪਣੇ ਹਿਸਾਬ ਦੇ ਨਾਲ ਬਣਾਏ ਹੈ। ਬੜੀ ਵੱਡੀ ਸੋਹਣੀ ਗੱਲ ਹੈ। ਔਰ ਆਪਾਂ ਅੱਜ ਇੱਥੇ ਮਹਾਂਪੁਰਸ਼ਾਂ ਦੇ ਯਾਦ ਦੇ ਵਿੱਚ ਇਕੱਤਰ ਹੋਏ ਹਾਂ, ਜੋ ਕਿ ਇਸ ਸਥਾਨ ਦੇ ਸੇਵਕ ਗੱਦੀ ਨਾਸੀਨ ਗੁਰਤੁੱਲੇ ਮਹਾਂਪੁਰਸ਼ ਹਰ ਸਾਲ ਆਪਾਂ ਇੱਥੇ ਇਕੱਠੇ ਹੋ ਕੇ ਮਹਾਂਪੁਰਸ਼ਾਂ ਦਾ ਜੋ ਇਹ ਆਯੋਜਨ ਕਰਦੇ ਹਾਂ, ਜਿੱਥੇ ਜਪ ਜਗ ਔਰ ਅੰਨ ਜਗ ਔਰ ਇਹ ਸਮਾਗਮ ਜੋ ਹੈ ਇਹ ਵੀ ਇੱਕ ਜਗ ਹੈ। ਇਹ ਆਪਾਂ ਸਾਰੇ ਬੜੇ ਧੂਮਧਾਮ ਦੇ ਨਾਲ ਮਨਾ ਰਹੇ ਹਾਂ। ਇਹ ਬਹੁਤ ਵੱਡੀ ਗੱਲ ਹੈ ਆਪਣੇ ਵਾਸਤੇ। ਜਿਵੇਂ ਸਾਡੇ ਸਟੇਟ ਸੈਕਟਰੀ ਸਾਹਿਬ ਮਹਾਂਪੁਰਸ਼ ਮਹਾਮੰਡੇਸ਼ਰ ਕਹਿ ਰਹੇ ਸਨ ਕਿ ਇਹ ਸਰੀਰ ਬਾਰ-ਬਾਰ ਨਹੀਂ ਮਿਲਣ ਵਾਲਾ। ਇਹ ਬਿਲਕੁਲ ਹਕੀਕਤ ਹੈ ਸੱਜਣੋ, ਇਹ ਗੋਲਡਨ ਚਾਂਸ ਹੈ। ਇਹ ਸਰੀਰ ਸਾਨੂੰ ਬਾਰ-ਬਾਰ ਨਹੀਂ ਮਿਲਣ ਵਾਲਾ। ਅਸੀਂ ਇਸ ਜੀਵਨ ਤੇ ਰਹਿੰਦੇ ਹੋਏ ਇਸ ਜੀਵਨ ਤੋਂ ਲਾਹਾ ਖੱਟਣਾ ਹੈ ਤਾਂ ਜੋ ਸਾਡਾ ਜੀਵਨ ਹੈ ਸਫਲ ਹੋ ਜਾਵੇ, ਸਾਡੇ ਇਲਾਕੇ ਦੇ ਵਿੱਚ ਨਾਮ ਸਫਲ ਹੋ ਜਾਏ, ਸਾਡੇ ਮਾਤਾ ਪਿਤਾ ਜਿਨ੍ਹਾਂ ਨੇ ਜਨਮ ਦਿੱਤਾ ਸਾਨੂੰ ਉਹ ਸਫਲ ਰਹਿਣ, ਤਾਂ ਕਿ ਅਸੀਂ ਆਪਣਾ ਜੀਵਨ ਸਫਲ ਕਰਦੇ ਹੋਏ ਇਸ ਸੰਸਾਰ ਦੇ ਉੱਤੋਂ ਜਾਈਏ। ਜਿਵੇਂ ਕਬੀਰ ਜੀ ਮਹਾਰਾਜ ਆਪਣੀ ਬਾਣੀ ਦੇ ਵਿੱਚ ਫਰਮਾਨ ਕਰਦੇ ਕਿ ਜਦੋਂ ਇਨਸਾਨ ਪੈਦਾ ਹੁੰਦਾ ਹੈ ਤਾਂ ਉਹ ਰੋਂਦਾ ਹੈ, ਔਰ ਜਦੋਂ ਇਸ ਸੰਸਾਰ ਤੋਂ ਵਿਦਾ ਹੁੰਦਾ ਹੈ ਤਾਂ ਉਸ ਨੂੰ ਚਾਹਣ ਵਾਲੇ ਲੋਕ ਉਹ ਰੋਂਦੇ ਆ। ਇਸ ਤਰ੍ਹਾਂ ਹੋਣਾ ਚਾਹੀਦਾ ਹੈ ਕਿ ਜਦੋਂ ਇਨਸਾਨ ਇਸ ਸੰਸਾਰ ਤੋਂ ਵਿਦਾ ਹੋਵੇ ਉਸ ਦੇ ਮਨ ਨੂੰ ਸੰਤੁਸ਼ਟੀ ਹੋਵੇ ਕਿ ਮੈਂ ਜ਼ਿੰਦਗੀ ਦੇ ਰਹਿੰਦੇ ਰਹਿੰਦੇ ਕੋਈ ਐਸਾ ਕਰਮ ਨਹੀਂ ਕਰਿਆ ਜਿਹਦੇ ਨਾਲ ਮੇਰੇ ਜੋ ਪ੍ਰਸ਼ੰਸਕ ਹੈ, ਮੇਰੇ ਜੋ ਪੁੱਤਰ ਧੀਆਂ ਹਨ, ਉਹਨਾਂ ਦੇ ਕਿਸੇ ਗੱਲ ਨੂੰ ਲੈ ਕੇ ਮਨ ਦੇ ਵਿੱਚ ਵਿਖੇਦ ਪੈਦਾ ਹੋਵੇ। ਇਹ ਬਹੁਤ ਵੱਡੀ ਗੱਲ ਹੈ। ਇਸ ਵਾਸਤੇ ਸੱਜਣੋ ਗੁਰਬਾਣੀ ਕਹਿ ਰਹੀ ਹੈ, एक घड़ी आदि हूँ पुनियाद भगतन सेती गोष्ठे जो कीनो सो लाभ। जिन्ना हो सके एक घड़ी अद्धी घड़ी तो भी अद्धी घड़ी परमात्मा दा आपां नूं सिमरन करना चाहिए है। ये गुरु साहिबाना ने आपां नूं एक सबसिडी दित्ती हुई है सज्जणों। जिवें हुण सबसिडियां दा रौला पैंदा ना, गुरु साहिबाना ने आपां नूं सबसिडी दित्ती है, भाई हे पुरखा तूं एक घड़ी परमात्मा दा सिमरन कर लै, अद्धी घड़ी सिमरन कर लै, जे अद्धी नहीं करना उदों भी अद्धी घड़ी सिमरन कर लै, तां जो जिहड़ा जीवन है तेरा संसार ते आउणा जाना सफल हो जाऊगा। कह रहे हैं कि संगत करिए साध की अंत करे निर्वाह हो। निर्वाह कदों होगा? जदों असी मन्नांगे। हुण महापुरुषां ने 1 महीना हो गया कोतरी चल रही सी, अज मेरे ख्याल तो 4-5 खंड पाठां दे भोग पाए गए हैं। बाकी सरपंच नूं पता होगा, मैं गए सी मत्था टेकन लई, मैं 4-5 खंड पाठ देखे सी कि प्रकाश होए होए सी जिन्हां दी आ समाप्ति होई है। तो महापुरुष की कहंदे, एक घड़ी आदि घड़ी जिहड़ी महाराज जी चंद्रमुनि जी ने कहा है। कई कहावतां है गुरु ग्रंथ साहब विच जिहड़ी एक घड़ी नाल राजे करण ने 18 नरक खाली कर दई सी। तो राम राम करते हुए कोड़ियां दे कोड़ भी ठीक कर दे सी, पर अपन इस गल नूं मनदे ही नहीं। अपन तो अड़ियल बन गए कि महाराज जी भी कह रहे मन्ने की गत कही न जाए, तो मनता कोई नहीं। तो जो मानुष जन्म कहा है वो महाराज जी ने दोबारा फिर कहा है कि ए देही नूं सुमरे देव
ਸੋ ਦੇਹੀ ਵਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਦਾ ਇਹੀ ਲਾਭ। ਇਹ ਆਪਣ ਮਨੁੱਖ ਜੋਨੀ ਚ ਜੋ ਕੁਝ ਵੀ ਕਰ ਸਕਦੇ ਹੈ ਉਹ ਕਰ ਸਕਦੇ ਹੈ, ਪਰ ਦੇਵਤੇ ਨਹੀਂ। ਆਪਣ ਕੜਾ ਪ੍ਰਸਾਦ ਕਦੀ ਵੀ ਬਣਾਈਏ, ਮਹਾਰਾਜ ਜੀ ਨੂੰ ਭੋਗ ਲਗਵਾਉਂਦੇ, ਮਹਾਰਾਜ ਜੀ ਨੇ ਕਦੀ ਕਿਹਾ ਕਿ ਫਿੱਕਾ ਕਿ ਮਿੱਠਾ ਹੈ। ਰੁਮਾਲਾ ਹੈ ਜਿਹੋ ਜਿਹਾ ਮਰਜ਼ੀ ਚੜਾ ਦਈਏ, ਪਰ ਮਹਾਰਾਜ ਜੀ ਨੇ ਕਦੀ ਨਹੀਂ ਕਿਹਾ ਕਿ ਰੁਮਾਲਾ ਮੇਰਾ ਮਾੜਾ ਹੈ। ਜੇ ਮਿਲਣੀ ਹੋਏ ਤੁਹਾਡੇ ਘਰ ਹੈ, ਜੇ ਮਿਲਣੀ 'ਚ ਕੱਪੜਾ ਮਾੜਾ ਦੇ ਦਈਏ, ਪੈਰਿਆਂ 'ਚ ਵਗਾ ਕੇ ਮਾਰਦਾ ਹੈ, ਕਹਿੰਦਾ ਮੇਰੇ ਲਈ ਇਹ ਕੱਪੜਾ ਲੈ ਕੇ ਆਇਆ। ਥਾਲੀ ਖਰਾਬ ਹੋਏ, ਆਪਾਂ ਥਾਲੀ ਨੂੰ ਵੀ ਵਗਾ ਕੇ ਮਾਰਾਂਗੇ। ਪਰ ਅਵਤਾਰ ਦੇਵਤੇ ਜਾਂ ਸਾਡੇ ਵੱਡ ਵਡੇਰੇ ਕਦੇ ਨਹੀਂ ਨਿੰਦਿਆ ਕਰਦੇ। ਉਹ ਜੋ ਮਿਲ ਗਿਆ ਉਹ ਭਾਵ ਭੋਜਨ ਕਰਕੇ ਛਕ ਲੈਂਦੇ। ਤਾਂ ਮਹਾਂਪੁਰਸ਼ ਕਿਉਂ ਕਹਿ ਰਹੇ ਕਿ ਤੁਹਾਡਾ ਜੀਵਨ ਸੁਧਰ ਜਾਏ, ਤੁਹਾਡਾ ਜੀਵਨ ਸਵਰ ਜਾਏ। ਹੋਰ ਤਾਂ ਇਹਨਾਂ ਦਾ ਲੈਣਾ ਦੇਣਾ ਕੁਝ ਨਹੀਂ, ਹੋਰ ਤੁਸੀਂ ਕਿਹੜਾ ਟੈਕਸ ਦਿਓਗੇ ਇਹਨਾਂ ਨੂੰ। ਪਰ ਮਹਾਂਪੁਰਸ਼ ਵੀ ਖਰਚਾ ਇਸ ਕਰਕੇ ਹੀ ਕਰ ਰਹੇ ਕਿ ਸਾਡੀ ਸੰਗਤ ਵਧੀਆ ਬਣ ਜਾਏ। ਜਿਹੜਾ ਨਾਮ ਹੋਵੇ ਕਿ ਪਿੰਡ ਚਾਂਗਲੀ ਦੀ ਸੰਗਤ ਹੈ, ਜਾਂ ਦੂਰੋਂ ਨੇੜੋਂ ਦਿੱਲੀ ਤੋਂ, ਬੋੜ ਬਡਾਲੇ ਤੋਂ, ਡੇਰਾ ਬਾਬਾ ਨਾਨਕ ਤੋਂ, ਮਹਾਂਪੁਰਸ਼ ਜਿਹੜਾ ਇਹ ਕਰਦੇ ਹੈ, ਇਹ ਦਿਨ ਮਨਾਉਂਦੇ ਹੈ, ਇਹ ਤੁਹਾਡੇ ਲਈ ਕਰ ਰਹੇ, ਆਪਣੇ ਲਈ ਕੁਛ ਨਹੀਂ। ਕਿ ਸਾਡੀ ਸੰਗਤ ਦੇਵਤਾ ਬਣ ਜਾਏ, ਸਾਡੀ ਸੰਗਤ ਵਧੀਆ ਬਣ ਜਾਏ, ਸਾਡੀ ਸੰਗਤ ਖੁਸ਼ੀ ਰਹੇ, ਸਾਡੀ ਸੰਗਤ ਦੇ ਕੋਲ ਮਾਲ ਪਾਣੀ ਜ਼ਿਆਦਾ ਹੋਏ, ਸਾਡੀ ਸੰਗਤ ਦੇ ਕੋਲ ਨਿਆਣੇ ਵਧੀਆ ਰਹੇ, ਤਾਂ ਪੜ੍ਹਾਈ ਤੇ ਤਰੱਕੀ ਕਰੇ। ਇਸ ਕਰਕੇ ਮਹਾਂਪੁਰਸ਼ ਸਤਾਰੀ ਕਰਦੇ। ਤਾਂ ਚਾਂਗਲੀ ਗੱਦੀ ਦਾ ਨਾਮ ਵੀ ਹੈ, ਐਸੀ ਗੱਲ ਨਹੀਂ। ਅਜੇ ਤੱਕ ਜਿੰਨੇ ਵੀ ਮਹਾਂਪੁਰਸ਼ ਹੋਏ ਉਹ ਬ੍ਰਹਮ ਗਿਆਨੀ ਹੋਏ, ਪਰ ਭਜਨ ਕਰਕੇ। ਜਿਹੜਾ ਬੰਦਾ ਭਜਨ ਕਰਦਾ ਹੈ ਫਿਰ ਉਹ ਕਹਿੰਦੇ ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ में किन जपियो गुरमंत। ਜਿਹੜਾ ਜਾਪ ਕਰਦਾ ਹੈ, ਚਾਹੇ ਵਾਹਿਗੁਰੂ ਵਾਹਿਗੁਰੂ, ਚਾਹੇ ਰਾਮ ਰਾਮ, ਚਾਹੇ ਅੱਲਾ ਅੱਲਾ, ਜੋ ਜਿਸ ਧਰਮ ਨੂੰ ਮੰਨਦਾ ਹੈ ਤਾਂ ਉਹ ਪੱਕਾ ਹੀ। ਅੱਛਾ, ਫਿਰ ਸੁਖੀ ਦਾ ਕਿਵੇਂ ਪਤਾ ਲੱਗੂਗਾ ਕਿ ਸੁਖੀ ਕਿਵੇਂ ਹੈ ਬੰਦਾ, ਤਾਂ ਦੁਖੀ ਕਿਵੇਂ ਹੈ। ਸਾਰਾ ਪੈਸਾ ਹੁੰਦੇ ਹੋਏ ਬੰਦਾ ਦੁਖੀ ਹੋਏ, ਹਾਏ ਹਾਏ ਕਰਦਾ ਹੋਏ, ਡਾਕਟਰਾਂ ਦੇ ਕੋਲ ਜਾਏ, ਤਾਂ ਸਮਝ ਲੈ ਇਹਦਾ ਪਾਪ ਕਰਮ ਕੋਈ ਜ਼ਰੂਰੀ ਹੈ। ਤਾਂ ਮਹਾਰਾਜ ਵੀ ਕਹਿ ਰਹੇ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਇਉਂ ਮਥਨ ਮਧਾਨੀਆਂ ਇਉਂ ਮੱਥੇ ਧਰਮ ਰਾਏ। ਪੈਸਾ ਵੀ ਹੈ, ਬੱਚੇ ਵੀ ਹੈ, ਤਾਂ ਧਨ ਦੌਲਤ ਵੀ ਹੈ, ਤਾਂ ਉਹ ਹਾਏ ਹਾਏ ਕਰਦਾ ਹੈ। ਡਾਕਟਰ ਕਹਿੰਦਾ ਐ ਕਰੀ, ਰੋਟੀ ਨਾ ਖਾਈ ਮਰ ਜਾਊਗਾ, ਫਿਰ ਉਹ ਕਹਿੰਦਾ ਚਾਹ ਹੀ ਦੇ ਦੇ। ਤਾਂ ਇਹ ਕਰਮ ਨਾ ਕਰੋ। ਮਹਾਂਪੁਰਸ਼ ਇਹ ਕਹਿ ਰਹੇ ਹੈ ਕਿ ਇਹ ਜੋ ਜੋਨੀ ਮਿਲੀ ਹੋਈ ਹੈ, ਇਹ ਦੇਵਤੇ ਵੀ ਮੰਗ ਰਹੇ, ਤਾਂ ਤੁਹਾਡੇ ਲਈ ਵੀ ਹੈ। ਤਾਂ ਤੁਸੀਂ ਸੁਧਰ ਜਾਓ, ਢੀਠ ਨਾ ਬਣੋ। ਤੁਸੀਂ ਇਹ ਕੰਮ ਨਾ ਕਰੋ ਕਿ ਮੈਂ ਤਾਂ ਸਾਲੇ ਕਿਸੇ ਦੀ ਮੰਨਣੀ ਹੀ ਨਹੀਂ, ਇਹ ਕੰਮ ਛੱਡ ਦੇਵੋ। ਮਹਾਂਪੁਰਸ਼ ਨੂੰ 70 ਸਾਲ ਹੋ ਗਏ ਪੁਕਾਰਾਂ ਕਰਦੇ ਹੋਏ, ਮਹਾਤਮਾ ਨੂੰ ਬੁਲਾਉਂਦੇ ਹੈ। ਰਾਜਸਥਾਨ, ਹਰਿਦੁਆਰ, ਮਹਾਰਾਜ ਜੀ ਕਿਧਰ ਕਿਧਰ ਮਹਾਰਾਸ਼ਟਰ ਤੋਂ ਵੀ ਆਏ ਹੋਏ ਹੈ। ਉਹ ਕਿਉਂ ਬੁਲਾਉਂਦੇ ਕਿ ਸਾਡੀ ਸੰਗਤ ਤੇ ਕੁਝ ਪ੍ਰਭਾਵ ਬਣੇ, ਜਿਹੜੀ ਸਾਡੀ ਸੰਗਤ ਸੁਧਰ ਜਾਏ। ਦੂਰੋਂ ਮਹਾਤਮਾ ਮਹਾਂਪੁਰਸ਼ ਮਹਾਮੰਡਲੇਸ਼ਵਰ ਸਭ ਇਕੱਠੇ ਹੋਏ ਨਾ। ਉਹਨਾਂ ਨੇ ਆਪਣੇ ਪ੍ਰਵਚਨਾਂ ਦੁਆਰਾ ਸੰਗਤ ਨੂੰ ਨਿਹਾਲ ਵੀ ਕੀਤਾ ਹੈ। ਬੱਚੇ ਮਹਾਰਾਜ ਲਛਾਵਤੀ ਵਾਲੇ ਮਹਾਰਾਜ ਮਹਾਮੰਡਲੇਸ਼ਵਰ ਚੰਦਰਮਣੀ ਜੀ ਮਹਾਰਾਜ, ਸਾਡੇ ਪ੍ਰੈਜ਼ੀਡੈਂਟ ਸਾਹਿਬ ਮਹਾਰਾਜ ਕੁੰਦਾਸ ਜੀ ਮਹਾਰਾਜ, ਔਰ ਸਾਰੇ ਮਹਾਤਮਾ ਆਰੋਂ ਦੂਰੋਂ ਨੇੜੇ ਆਏ ਹਨ। ਕਿਉਂਕਿ ਵਰਸ਼ੀਆਂ ਦਾ ਨਿਮਿਤ ਇਹੀ ਹੁੰਦਾ ਹੈ। ਅਸੀਂ ਜੋ ਵਰਸ਼ੀ ਨੂੰ ਮੁੱਖ ਰੱਖ ਕੇ ਖੰਡ ਪਾਠਾਂ ਦੇ ਭੋਗ ਪਾਏ ਜਾਂਦੇ ਹਨ। ਉਸ ਤੋਂ ਬਾਅਦ ਬਾਹਰੋਂ ਅੰਦਰੋਂ ਮਹਾਤਮਾ ਆਉਂਦੇ ਹਨ, ਕਿਉਂਕਿ ਮਹਾਤਮਾ ਦੇ ਦਰਸ਼ਨ ਬੜੇ ਦੁਰਲਭ ਹੈ। ਜਿਵੇਂ ਮਹਾਰਾਜ ਜੀ ਨੇ ਦੱਸਿਆ, ਮਹਾਤਮਾ ਇੱਥੇ ਖੁਦ ਆ ਜਾਂਦੇ ਹਨ। ਸਾਨੂੰ ਕਿਤੇ ਪਿੰਡ ਚਾਂਗਲੀ ਵਾਲਿਆਂ ਨੂੰ ਬਾਹਰ ਦੂਰ ਨਹੀਂ ਜਾਣਾ ਪੈਂਦਾ, ਅਤੇ ਇਹ ਮਹਾਂਪੁਰਸ਼ਾਂ ਦੀ ਕਿਰਪਾ ਨਾਲ ਉਹ ਮਹਾਤਮਾ ਸਾਰੇ ਇੱਥੇ ਪਹੁੰਚ ਜਾਂਦੇ ਹਨ, ਅੱਛੇ ਅੱਛੇ ਮਹਾਂਪੁਰਸ਼। ਇਸ ਕਰਕੇ ਜੋ ਕਿ ਮਹਾਤਮਾ ਆਉਂਦੇ ਹਨ
ਉਹ ਆਪਣੇ ਪ੍ਰਵਚਨਾਂ ਦੁਆਰਾ ਸਾਰੇ ਸੰਗਤ ਦੀ ਇੱਥੋਂ ਦੇ ਜੋ ਨਗਰ ਖੇੜੇ ਦੀ ਸ਼ੁਭ ਕਾਮਨਾ ਚਾਹੁੰਦੇ ਹਨ। ਇਸ ਕਰਕੇ ਸਾਨੂੰ ਸਭ ਮਹਾਤਮਾ ਦਾ ਆਸ਼ੀਰਵਾਦ ਸਾਰੇ ਨਗਰ ਨੂੰ ਮਿਲਦਾ ਹੈ, ਕਿਉਂਕਿ ਇਨਸਾਨ ਸਿਰਫ ਇਹ ਹੈ ਮਹਾਤਮਾ ਹੋਰ ਜਿੰਨੇ 8 ਆਦਮੀ ਮਹਾਤਮਾ ਦੀ ਇਹ ਨਗਰਾਂ ਦੀ ਰੱਖਿਆ ਕਰਦੇ ਹਨ, ਇਲਾਕੇ ਦੀ ਪਿੰਡ ਦੀ ਸਾਰੀ ਸਮਸ਼ਲ 8 ਆਦਮੀ ਰੱਖਿਆ ਕਰਦੇ ਹਨ। ਪ੍ਰਗਿਆ ਸੁਰੋ ਧਨਸਚ स्वामी धर्म केववा तपस्वी सत्यवादी च बुद्धिमास चापी रक्षित। पिंड का मुखी सरपंच होवे या कोई भी होवे, वो दूसरे महात्मा तपस्वी महात्मा सच बोलने वाला असीं कह दें पिंडों के विच फलाने सिंह नूं लियाओ बई वो सच बोलूगा, वो अगवाई असीं लवांगे, क्योंकि सतवक्ता जो है वो बहुत एक उत्तम होंगे। सतवक्ता बहुत अच्छा समझा जाता है, सच बोलने वाला व्यक्ति। इस करके वही आदमी देश की रक्षा करते हैं। केरां की गल है, एक महाराज दुष्यंत वो अपने तपोवन दे विच गया। वो तपोवन दे विच गया तो उत्थे सेनापति द्वारा थोड़ा उधर बुधर कराया जाए। जो सेना सी ना, वो महात्मा उत्थे रहिंदे सी, जिहड़े तपस्वी महात्मा वन दे विच उन्हां नूं थोड़ी तकलीफ हुई। तो महाराज दुष्यंत कहन लगे सेनापति नूं कि भी महात्मा नूं परेशानी नहीं होनी चाहिए, ये जिहड़े महात्मा इत्थे रहिंदे आ इन्हां नूं परेशानी नहीं होनी चाहिए। ठीक है, सेना इत्थे तुरे फिरे दर्शन करे, पर उन्हां नूं कोई तकलीफ महात्मा नहीं होनी चाहिए। वो सेनापति महाराज दुष्यंत नूं कहंदा कि महाराज जी, लोग तो सानूं टैक्स दिंदे आ, कर दिंदे आ, पैसे दिंदे आ, ये महात्मा सानू की देंगे। वो हस के कहन लगे, जो कुछ महात्मा देंगे है वो असी दे ही नहीं सकते, वो कितों भी नहीं सानू मिल सकता। वो वेदां दे विच लिखिया है कि जिथे महात्मा भजन करता है, तप करता है, जहाँ किते भी बैठ के अपना कोई भी तप करता है, भजन करता है, तूणियां तापदा है, जल धारे करता है, कैसे जैसे महात्मा करते आए हैं, उसका फल छेमा ऐसा खुद बखुद इलाके नूं पिंड नूं मिलता है। वो पिंड नगर वासी होंदे हैं ना, उन्होंने सारिਆਂ ਨੂੰ मिलता है वो भजन का प्रताप। इस करके सानू राजे नूं मिलता है। राजा महाराजा जिहड़े होंदे आ वो तप जी जिहड़े आत्मा भजन कर रहे हैं ना, उन्हां दा फल सानू मिलता है। तो वो टैक्स है जिहड़ा वो नाश हो जाता है। टैक्स तो आपां खर्च कर लैंदे आ, पर जिहड़ा ये दिंदे ने भजन पाठ वो नासवान नहीं है, वो परमात्मा तक जाता है, साड़ी भलाई करता है, साढ़े मनुष्यता का सुधार करता है, सानू मुक्ति दिलाता है वो भजन पाठ। इस करके ये महात्मा है, उन्होंने होनी चंगी होंगी है। इत्थे तो अपने खुद बखुद महात्मा अपने आप चल के आ जाते हैं। क्यों? इस पिंड दे विच पहले दिनों बाबा जी प्रेमदास जी तो लेके दसे जी महाराज साढ़े प्रेजिडेंट साहब ने दसिया, इत्थे महात्मा साढ़े होन विच होया है ना, अच्छे अच्छे महात्मा जिन्हों ने अपने तपोबल द्वारा सारे इलाके का की सारे देश का सुधार किया। उन्होंने अपने तुर फिर के महाराज जी सुरंगदास जी अपनी जमात में लैके देश विदेश के विच जाके अपना सब लोगों का सुधार करते सी, सर्वदेश देंदे सी, उन्होंने विदेश राही अपने जनता का सुधार होंदा सी। इसे करके चांगली का नाम उच्चा है। असी ये भी जानते हाँ, जिथे किते जाके पुछ लो, लोग चांगली का डेरा मशहूर है, क्योंकि चांगली के मकान बड़े जिन्हों का संचालन हम साढ़े महंत विष्णुदास जी महाराज कर रहे हैं ना। जैसे महाराज जी ने दसिया, नासक है, औरंगाबाद है, डेरा बाबा नानक है, और बटाला है, फिर अपने चांगली है, वो भी डेरे जिन्हें संबंधित हैं अपने सारा का संचालन एक तरह का ही करते हैं। क्योंकि पहला साढ़े आप 400-500 डेरा चांगली के अंडर होंदा सी, क्योंकि महाराज जी संचालन करते सी। सिर्फ अपने तपोबल के नाल ये सारा कुछ होंदा सी। उन्हां दा तपोबल ऐसा सी कि सब लोगों का सुधार करते सी और सब तपोबल नाल ही अपना जनता की सेवा करते सन। इस करके अपने जो भी नगर निवासी है वो जानते हैं पुराने बिरद कि बाबा जी प्रेमदास जी होए जां सुरंगदास जी होए, उन्होंने किन्नी कुछ तपस्या से किन्ना को उन्होंने तपोबल से। इस करके उन्होंने बरसियां मनाने का यही अर्थ है
ਕਿ ਅਸੀਂ ਉਹਨਾਂ ਦੀ ਯਾਦ ਕਰਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ ਤਾਂ ਸਾਨੂੰ ਖੁਦ ਬ ਖੁਦ ਉਹਨਾਂ ਦੇ ਜਿਹੜੇ ਅੱਛੇ ਕਰਤੱਵ ਕੀਤੇ, ਅੱਛੇ ਤਪ ਵੱਲ ਕੀਤਾ, ਭਜਨ ਪਾਠ ਕੀਤਾ, ਇਸ ਇਲਾਕੇ ਦਾ ਸੁਧਾਰ ਕੀਤਾ, ਦੁਨੀਆ ਦਾ ਸੁਧਾਰ ਕੀਤਾ, ਉਸ ਖੁਦ ਬ ਖੁਦ ਸਾਨੂੰ ਯਾਦ ਆ ਜਾਂਦਾ ਕਿ ਮਹਾਰਾਜ ਜੀ ਨੇ ਇਹ ਕੰਮ ਕੀਤਾ ਸੀ, ਮਹਾਰਾਜ ਜੀ ਨੇ ਸਾਡਾ ਆਹ ਕੰਮ ਕੀਤਾ, ਮਹਾਰਾਜ ਜੀ ਨੇ ਸਾਡਾ ਆਹ ਪਿੰਡ ਦੇ ਵਿੱਚ ਨਗਰ 'ਚ ਆਹ ਕੰਮ ਕੀਤਾ, ਉਹਨਾਂ ਦੀ ਯਾਦ ਆ ਜਾਂਦੀ ਹੈ। ਇਸ ਕਰਕੇ ਵਰਸ਼ੀਆਂ ਮਨਾਉਣ ਦਾ ਹੀ ਫਲ ਹੈ ਸਾਨੂੰ, ਕਿਉਂਕਿ ਮਹਾਰਾਜ ਮਹੰਤ ਵਿਸ਼ਵਨਾਥ ਜੀ ਹੁਣ ਸਾਰੇ ਦੇਸ਼ ਦੇ ਵਿੱਚ ਆਉਂਦੇ ਜਾਂਦੇ ਨੇ, ਸਾਰੇ ਡੇਰਿਆਂ ਜਾ ਕੇ ਆਪਣਾ ਧਰਮ ਪ੍ਰਚਾਰ ਕਰਦੇ ਨੇ। ਉਹਨਾਂ ਦੇ ਪੈਰੋਕਾਰ ਜਿੰਨੇ ਵੀ ਹੋਏ ਆ ਉਹ ਸਾਰੇ ਇਸੇ ਤਰ੍ਹਾਂ ਆਪਣਾ ਭਜਨ ਪਾਠ ਸਾਰਾ ਕੁਝ ਕਰਦੇ ਚਲੇ ਆ ਰਹੇ ਹਨ। ਜੈਸੇ ਮਹਾਤਮਾ ਨੇ ਦੱਸਿਆ ਮੁੱਖ ਨਾਮ ਜਪਣਾ, ਪਹਿਲੇ ਮਹਾਰਾਜ ਜੀ ਨੇ ਦੱਸਿਆ ਮੁੱਖ ਇਨਸਾਨ ਦਾ ਨਾਮ ਜਪਣਾ। ਦੂਸਰਾ जैसे महाराज जी ने दसिया कला लड़ाई झगड़े तो दूर रहना। तीसरा निंदा चोरी तो दूर रहना। महात्मा ने दसिया ये गल्लां जिहड़ियां सानू जीवन दे विच मन दे विच सुधार कर लेनी चाहिए ज़बरदस्त कि असीं इन्हां नूं कदे भी ना भुल गए, इन्हां ते अमल करिए जो महात्मा कहंदे ने तां असीं बड़ा सुधार कर सकते हैं। इस करके जो भी महात्मा जाने दुनिया दे विच मैं ये दसना चाहूँगा कि शक्तियाँ तीन ही असली जिन्होंने असीं शक्ति कहने ना, वो तीन शक्तियाँ हैं, भौतिक शक्ति, श्री शक्ति, ऊर्जा शक्ति। जी भौतिक शक्ति है महात्मा जाना उन्होंने को एक भौतिक चमत्कार शक्ति है। जेडे दूसरे ऊर्जा शक्ति की असीं कहने ऊर्जा मैंने ताकत, जिन्होंने असीं ताकत की वरतों कहने किस नाल होंदी है, वो हथियार वगैरह, बंब वगैरह, एटम बंब वगैरह या बड़े बड़े, वो एक शक्ति है। एक शक्ति श्री धन शक्ति जिन्होंने असीं कहने अर्थ शक्ति, जिहदे कोले देश कोले धना दी ज़्यादा धन है, वो समर्थ मन्निया जाता है, वो सारे मुल्कों तो वड्डा मन्निया जाता है। इस करके धन शक्ति ते अपनी ऊर्जा शक्ति ये अज वड्डियां मन्निया जांदियां, परंतु मैं समझदा कि जिन्नी भौतिक शक्ति वड्डी है उसकी कोई वड्डी नहीं। एक चमत्कार शक्ति जो महात्मा कोले है, महात्मा अपने चमत्कार द्वारा बहुत सुधार कर सकते हैं दुनिया का। इस करके इन्हों को शक्ति तीसरी शक्ति है भौतिक शक्ति। इस करके सदा महात्मा अपरपार हैं, महात्मा की कृपा नाल ही सारा कुछ अपना देश दे विच अच्छा हो रहा है। धन धन बाबा सुरमुख दास महाराज जी की 98ਵੀਂ बरसी डेरा चांगली विखे बड़ी धूमधाम नाल मनाई जा रही है, जिन्हां दे विच साडे पूजनीक राम प्रकाश शास्त्री महामंडेश्वर उन्होंने भी बड़े अच्छे बचन कीते। संतां विच की गुण हुंदा, संत सारे पास जा जा के संगत नूं तारदे आ, नाम नाल जोड़दे आ और सेवा भगती नाल जोड़दे आ। इसे तरह साडे महामंडेश्वर चंद्र मुनि जी शेरां वालियां ने भी बड़ी अच्छी कथा नाल सारी संगत नूं संतां दा की फर्ज है, संत किस तरह इन्नी तपस्या करके रात दिन स्वास स्वास सिमरन भगती करते और सारी संगत नूं तारदे, सीधे रास्ते विच लाउंदे, नाम नाल जोड़दे, भगती नाल जोड़दे, चंगी संगत करन नाल जोड़दे, माड़ी संगत नहीं कनिंदिया चुगली नहीं करनी। ये साध संगत विचों उपदेश प्राप्त हुंदा, संतां दे कोलों उपदेश प्राप्त हुंदा। ये संत अपने शेर मुनि महामंडेश्वर चंद्र मुनि जी ने दस्सिया और दशाबद्दी वाले महापुरुष अंगद देव ने उन्होंने भी मतलब के संतां दी महिमा दसी, संतां दा उपदेश दस्सिया, संतां दे सारे गुण जान दस्से, और भी सब कुछ दस्सिया। तो सारे जिन्हें महापुरुष इत्थे आए, सारिया ने इत्थे आके मतलब के धूनीदास जी प्रेजिडेंट जो हरद्वार दे मतलब के नया खाड़ा पंचायती खाड़े दे प्रेजिडेंट, उन्होंने भी संतां दे बारे, मन्ने दी गत दे बारे
ਸਭ ਕੁਝ ਦੱਸਿਆ, ਉਪਦੇਸ਼ ਦਿੱਤਾ। ਸਾਰੀ ਸੰਗਤ ਨੂੰ ਮਝਪਾਈ ਸੰਤਾਂ ਦੀ ਮਤਲਬ ਕਿ ਮਹਿਮਾ ਔਰ ਮਹਾਂਪੁਰਸ਼ਾਂ ਦੀ ਮਹਿਮਾ, ਸਭ ਦੇ ਬਚਨ ਮੰਨਣੇ ਚਾਹੀਦੇ ਹੈ। ਮੰਨਿਓ ਬਚਨਾਂ ਉੱਪਰ ਤੁਰਨਾ ਚਾਹੀਦਾ ਹੈ। ਪਰਮਾਤਮਾ ਦੇ ਬਚਨਾਂ ਨਾਲ ਤੁਰ ਕੇ ਉਹਦੇ ਉੱਪਰ ਤੁਰੋ, ਸਿੱਖਿਆ ਪ੍ਰਾਪਤ ਕਰੋ। ਇਹ ਸਾਰਿਆਂ ਮਹਾਂਪੁਰਸ਼ਾਂ ਨੇ ਅੱਜ ਧੰਨ ਧੰਨ ਬਾਬਾ ਸੁਰਮੁਖ ਦਾਸ ਮਹਾਰਾਜ ਜੀ ਦੀ ਮਤਲਬ ਕਿ 69ਵੀਂ ਬਰਸੀ ਤੇ ਸਭ ਨੇ ਆਪਣਾ ਉਪਦੇਸ਼ ਦਿੱਤੇ। ਸਾਰਿਆਂ ਨੇ ਸਾਰੀ ਸੰਗਤ ਨੂੰ ਸਮਝਾਇਆ, ਸਿੱਖਿਆ ਦਿੱਤੀ, ਉਪਦੇਸ਼ ਦਿੱਤੇ, ਸਭ ਕੁਛ ਤਾਂ ਔਰ ਦੱਸਿਆ। ਇਸੇ ਤਰ੍ਹਾਂ ਚਾਂਗਲੀ ਪਿੰਡ ਵਾਲਿਆਂ ਨੂੰ ਵੀ ਮਤਲਬ ਕਿ ਦੋਨੇ ਪੰਚਾਇਤਾਂ ਨੇ ਵੀ ਰਾਤ ਦਿਨ ਨੇ ਧੂਮ ਧਾਮ ਮਤਲਬ ਸੇਵਾ ਕੀਤੀ। 23 ਨਵੰਬਰ ਮਤਲਬ ਕਿ 1 ਨਵੰਬਰ ਤੋਂ ਲੈ ਕੇ 23 ਨਵੰਬਰ ਤੱਕ ਰਾਤ ਦਿਨ ਨੇ ਸ੍ਰੀ ਅਖੰਡ ਪਾਠਾਂ ਲੜੀਆਂ ਚਾਲੂ ਰਹੀਆਂ, ਜਿਨ੍ਹਾਂ ਦੇ ਵਿੱਚ ਰਾਤ ਦਿਨ ਨੇ ਭੰਡਾਰੇ ਵੀ ਚੱਲਦੇ ਰਹੇ। ਸਭ ਨੇ ਅਖੰਡ ਪਾਠ ਕਰਾਏ ਔਰ ਰਾਤ ਦਿਨ ਨੇ ਸੇਵਾ ਕਰਦੇ ਆ। ਇਸੇ ਤਰ੍ਹਾਂ ਸਾਰਾ ਨਗਰ ਚਾਂਗਲੀ ਦਾ ਦੋਨੇ ਪੰਚਾਇਤਾਂ ਪ੍ਰੇਮ ਪਿਆਰ ਨਾਲ ਰਹਿ ਕੇ ਇਸੇ ਤਰ੍ਹਾਂ ਧੰਨ ਬਾਬਾ ਸੁਰਮੁਖ ਦਾਸ ਜੀ ਦੀ ਹਰ ਸਾਲ ਬਰਸੀ ਦਾ ਇਸੇ ਤਰ੍ਹਾਂ ਪ੍ਰੋਗਰਾਮ ਕਰਦੇ ਰਹਿਣਾ, ਸਾਡਾ ਸੰਯੋਗ ਵੀ ਦੇਣਾ ਔਰ ਰਲ ਮਿਲ ਕੇ ਸਾਰਾ ਤੁਹਾਡਾ ਇੱਕ ਕੰਮ ਹੈ। ਧੰਨ ਬਾਬਾ ਸੁਰਮੁਖ ਦਾਸ ਜੀ, ਧੰਨ ਬਾਬਾ ਪ੍ਰੇਮ ਦਾਸ ਜੀ, ਧੰਨ ਬਾਬਾ ਨਿਹਾਲ ਦਾਸ ਜੀ ਹੋਏ, ਧੰਨ ਬਾਬਾ ਸੁੰਦਰ ਦਾਸ ਜੀ ਹੋਏ ਔਰ ਧੰਨ ਬਾਬਾ ਸੁਰਮੁਖ ਦਾਸ ਜੀ ਔਰ ਮਨ ਲੇਖ ਰਾਮ ਵੀ ਹੋਏ, ਆਪਾਂ ਗੁਰਦੇਵ ਤਰਨਦਾਸ ਜੀ ਮਹਾਰਾਜ ਜੀ ਵੀ ਹੋਏ, ਮਨ ਘਨਸ਼ਾਮ ਵੀ ਹੋਏ। ਸਾਰੇ ਮਹਾਂਪੁਰਸ਼ ਇੱਥੇ ਮਤਲਬ ਕਿ ਗੱਦੀ ਦੇ ਉੱਪਰ ਬਿਰਾਜਮਾਨ ਹੋਏ। ਸਾਰਿਆਂ ਨੇ ਚੰਦ ਚਾਲ ਚੰਦ ਲਾ ਕੇ ਡੇਰੇ ਨੂੰ ਉੱਚਾ ਕੀਤਾ। ਸਾਰਿਆਂ ਨੇ ਚੰਦ ਲਾ ਕੇ ਕੁੰਭਾਂ ਤੇ ਵੀ ਭੰਡਾਰੇ ਚਾਲੂ ਕੀਤੇ, ਛਿੱਤ ਅਨਛਿੱਤ ਲਗਾਏ। ਅਨਛਿੱਤ ਰਾਤ ਨੇ ਚੱਲਦੇ ਸੀ ਸਾਰੇ ਪਾਸੇ। ਇਸੇ ਤਰ੍ਹਾਂ ਮਤਲਬ ਕਿ ਚਾਂਗਲੀ ਨਾਮ ਦਾ ਪਿੰਡ ਦਾ ਨਾਮ ਉੱਚਾ ਹੈ ਔਰ ਅਸੀਂ ਕਹਿੰਦੇ ਕਿ ਚਾਂਗਲੀ ਤਰੱਕੀ ਹੋਵੇ, ਚਾਂਗਲੀ ਪਿੰਡ ਦੀ ਔਰ ਚਾਚਨ ਲੱਕ ਉੱਚਾ ਹੋਵੇ, ਤਰੱਕੀ ਹੋਵੇ, ਕਾਮਯਾਬੀਆਂ ਹੋਣ। ਸਭ ਤਰ੍ਹਾਂ ਪਰਮਾਤਮਾ ਮਿਹਰ ਕਰਨ, ਸਮਾਧਾਂ ਵਾਲੇ ਬਾਬੇ ਅਸ਼ੀਰਵਾਦ ਦੇਣ। ਇਸੇ ਤਰ੍ਹਾਂ ਸਾਧ ਸੰਗਤ ਉਹ ਸਾਧੂ ਸੰਤਾਂ ਮਹਾਤਮਾ ਨੂੰ ਸਾਡੀ ਇਹੀ ਫਰਿਆ ਇਹੀ ਹੈ ਕਿ ਹਰ ਸਾਲ ਹੁਮ ਹਮਾ ਕੇ ਸਾਰੇ ਸੰਤ ਮਹਾਤਮਾ ਆਉਣ, ਇੱਥੇ ਆ ਕੇ ਕਥਾ ਕਰਨ। ਇਸੇ ਤਰ੍ਹਾਂ ਸੰਤਾਂ ਦਾ ਮਤਲਬ ਸਮੇਲਨ, ਸੰਤਾਂ ਦਾ ਸਮੇਲਨ ਹੁੰਦਾ ਜਾਏ, ਕੰਧਾਂ ਨਾਲ ਕੰਧਾ ਜੋੜ ਕੇ ਸਾਡੇ ਨਾਲ ਤੁਰੇ, ਸਾਡਾ ਸੰਯੋਗ ਦੇਣ। ਇਸੇ ਤਰ੍ਹਾਂ ਜੋ ਪਰੰਪਰਾ ਚੱਲੀ ਆਉਂਦੀ ਹੈ ਸਾਡੀ ਗੱਦੀ ਦੀ ਬਾਬਾ ਪ੍ਰੇਮ ਦਾਸ ਜੀ ਤੋਂ, ਬਾਬਾ ਨਿਹਾਲ ਦਾਸ ਜੀ, ਬਾਬਾ ਸੁੰਦਰ ਦਾਸ ਜੀ, ਬਾਬਾ ਸੁਰਮੁਖ ਦਾਸ ਜੀ ਤੋਂ, ਉਹ ਸਾਰੀ ਪਰੰਪਰਾ ਇਸ ਤਰ੍ਹਾਂ ਚੱਲਦੀ ਜਾਵੇ। ਇਸੇ ਤਰ੍ਹਾਂ ਅੱਜ ਅਸੀਂ ਸਾਰੇ ਮਹਾਂਪੁਰਸ਼ਾਂ ਨੂੰ ਇਹੀ ਕਹਿੰਦੇ ਆ ਕਿ ਇਸੇ ਤਰ੍ਹਾਂ ਮਤਲਬ ਪ੍ਰੋਗਰਾਮ ਚੱਲਦੇ ਜਾਣ ਔਰ ਇਹ ਪ੍ਰੋਗਰਾਮ ਵੱਧਦੇ ਜਾਣ, ਯਾਦਗਾਰਾਂ ਹੁੰਦੀਆਂ ਜਾਣ ਮਹਾਂਪੁਰਸ਼ਾਂ ਦੀਆਂ ਔਰ ਰਾਤ ਦਿਨ ਵੱਧਦੀਆਂ ਜਾਣ। ਸਾਰੇ ਆਪਣੇ ਕੰਧਾ ਕੰਧਾ ਜੋੜ ਕੇ ਸਾਡੇ ਨਾਲ ਤੁਰੋ ਔਰ ਇਸੇ ਤਰ੍ਹਾਂ ਪ੍ਰੋਗਰਾਮ ਚੱਲਦੇ ਜਾਣ। ਇੱਥੇ ਵੀ ਚੱਲਣ, ਕੁੰਭਾਂ ਮੇਲਿਆਂ ਤੇ ਵੀ ਚੱਲਣ, ਸਾਰੇ ਪਾਸੇ ਚੱਲਣ। ਸਾਰੇ ਪਾਸੇ ਜਿਸ ਤਰ੍ਹਾਂ ਪਰੰਪਰਾਵਾਂ ਚੱਲੀ ਆਉਂਦੀ ਹੈ ਉਸੇ ਤਰ੍ਹਾਂ ਅਨਛਿੱਤ ਲੱਗਣ, ਸਭ ਕੁਝ ਲੱਗੇ। ਅਸੀਂ ਇਹੀ ਕਹਿ ਕੇ ਸਾਰੀ ਚਾਂਗਲੀ ਪੰਚਾਇਤ, ਦੋਨਾਂ ਪੰਚਾਇਤਾਂ ਨੂੰ ਔਰ ਸਾਰੀ ਸੰਗਤ ਨੂੰ, ਦਿੱਲੀ ਦੀ ਸੰਗਤ ਔਰ ਨਵੇਂ ਸ਼ਹਿਰ ਦੀ ਵੀ ਸੰਗਤ ਆਈ ਆ, ਡੇਰਾ ਬਾਬਾ ਨਾਨਕ ਤੋਂ ਵੀ ਆ, ਬੁਲ ਬਟਾਲੇ ਤੋਂ ਵੀ ਆਏ ਆ, ਹੋਰ ਵੀ ਸਾਰੇ ਪਾਸਿਓਂ ਪੰਜਾਬ ਦੇ ਵਿੱਚੋਂ ਸਾਰੀ ਸੰਗਤ ਆਈ ਆ, ਜੋ ਸਾਰੇ ਇੱਥੇ ਆ ਕੇ ਆਏ ਆ। ਸਾਰਿਆਂ ਦਾ ਅਸੀਂ ਅਤੇ ਆਪਣਾ ਟਾਈਮ ਕੱਢ ਕੇ ਜੋ ਸਭ ਕੀਮਤੀ ਆਏ ਆ, ਸਾਰਿਆਂ ਦਾ ਧੰਨਵਾਦ ਕਰਦੇ ਹਾਂ। सारे महापुरुषों तपस्वियों का, सिद्धों का, सारे महामंडेश्वरों का, सबका जिन्हें अपना टाइम कट के साडे प्रोग्राम में आए, सारिਆਂ ਨੂੰ जी आया कहने आ, धन्यवाद करते हैं। बहुत साचे दरबार की जय। Sat Guru
जय
Hare
ਅੱਜ ਬਾਬਾ ਸੁਰਮੁਖਦਾਸ ਜੀ ਦੀ ਬਰਸੀ ਹੈ, ਜੋ ਕਿ ਆਏ ਸਾਲ ਵਰਤਮਾਨ ਮਹੰਤ ਜੋ ਹੁੰਦਾ ਹੈ ਮਨਾਉਂਦੇ ਨੇ। ਹੁਣ ਵਰਤਮਾਨ ਮਹੰਤ ਸਾਡੇ ਬਿਸ਼ਨਦਾਸ ਜੀ ਮਹਾਰਾਜ ਹਨ, ਮਹਾਂਪੁਰਸ਼। ਉਹਨਾਂ ਵੱਲੋਂ ਇਹ ਵਾਰਸ਼ਿਕ ਉਤਸਵ ਕਰਾਇਆ ਜਾਂਦਾ ਹੈ ਬਹੁਤ ਅੱਛੀ ਤਰ੍ਹਾਂ ਸੇ, ਕਿਉਂਕਿ ਵਾਰਸ਼ਿਕ ਉਤਸਵ ਨਾਲ ਮਹਾਤਮਾ ਜਨ ਆ ਜਾਂਦੇ ਹੈ। ਉਹ ਮਹਾਤਮਾ ਜਨ ਦੀ ਸੇਵਾ ਹੋ ਜਾਂਦੀ ਹੈ ਔਰ ਪਿੰਡ ਦੀ ਚੜ੍ਹਦੀ ਕਲਾ ਹੋ ਜਾਂਦੀ ਹੈ। ਔਰ ਕਿਉਂਕਿ ਪਿੰਡ ਦੇ ਵਿੱਚ ਮਹਾਤਮਾ ਆਉਂਦੇ ਨੇ ਤਾਂ ਮਹਾਤਮਾ ਨਾਲ ਸ਼ੋਭਾ ਪਿੰਡ ਦੀ ਹੋ ਜਾਂਦੀ ਹੈ ਔਰ ਮਹਾਤਮਾ ਦੀ ਹੋ ਜਾਂਦੀ ਹੈ। ਤਾਂ ਮਹਾਰਾਜ ਜੀ ਆਏ ਸਾਲ ਇਸੇ ਤਰ੍ਹਾਂ ਵਰਸ਼ੀਆਂ ਮਨਾਉਂਦੇ ਹੈ ਔਰ ਆਪਣਾ ਉਤਸਵ ਕਰਾਉਂਦੇ ਹੈ, ਮਹਾਤਮਾ ਦੀ ਸੇਵਾ ਕਰਦੇ ਹੈ। ਮਹੰਤ ਬਿਸ਼ਨਦਾਸ ਜੀ ਮਹਾਰਾਜ, ਉਹਨਾਂ ਦਾ ਅਸੀਂ ਧੰਨਵਾਦ ਕਰਦੇ। ਬ੍ਰਹਮਨੇਸ਼ਟੀ ਬ੍ਰਹਮ ਸਤੋਤਰੀ ਧੰਨ ਧੰਨ ਬਾਬਾ ਸੁਰਮੁਖਦਾਸ ਮਹਾਰਾਜ ਜੀ 69ਵੀਂ ਬਰਸ਼ੀ ਦੇ ਸਮਾਗਮ 'ਤੇ ਮਹਾਂਪੁਰਸ਼ ਔਰ ਇਸੇ ਤਰ੍ਹਾਂ ਬਰਸ਼ੀਆਂ ਮਨਾਈਆਂ ਜਾਂਦੀਆਂ। ਸੰਤਾਂ ਮਹਾਤਮਾ ਦਾ ਇਕੱਠ ਹੁੰਦਾ। ਉਹ ਸੰਤ ਮਹਾਤਮਾ ਜੁੜ ਕੇ ਬੈਠਦੇ, ਉਪਦੇਸ਼ ਕਰਦੇ,
ਸਿੱਖਿਆ ਦਿੰਦੇ ਸਾਰਿਆਂ ਨੂੰ। ਇਸੇ ਤਰ੍ਹਾਂ ਸਾਰੇ ਮਹਾਂਪੁਰਸ਼ ਸਾਡੇ ਮਹਾਮੰਡਲੇਸ਼ਵਰ ਰਾਮ ਪ੍ਰਕਾਸ਼ ਸ਼ਾਸਤਰੀ ਜੀ ਮਤਲਬ ਦਾਤਾਰੀ ਵਾਲੇ ਢੁੱਡੀ ਵਾਲੇ, ਉਹਨਾਂ ਨੇ ਵੀ ਬੜਾ ਮਹਾਰਾਜ ਦਾ ਦੱਸਿਆ। ਧੰਨ ਬਾਬਾ ਸੁਰਮੁਖ ਦਾ ਬਰਛੀ ਦਾ ਔਰ ਪ੍ਰੈਜ਼ੀਡੈਂਟ ਧੂਣੀਦਾਸ ਜੀ ਵੀ ਬੈਠੇ ਆ, ਉਹ ਵੀ ਸਾਡੇ ਲਾਗੇ ਆ। ਔਰ ਮਤਲਬ ਇੱਕ ਸੋਹਣਦਾਸ ਜੀ ਡਾਈ ਕਲਾਂ ਵਾਲੇ ਮਹੰਤ ਜੀ ਵੀ ਬੈਠੇ ਆ। ਔਰ ਆਪਣੇ ਮਹੰਤ ਮਤਲਬ ਕਿ ਢੁੱਡੀ ਵਾਲੇ ਮਤਲਬ ਕਿ ਵੀਰ ਪ੍ਰਕਾਸ਼ ਜੀ ਵੀ ਸਾਰੇ। ਔਰ ਮਤਲਬ ਕਿ ਸਾਰੇ ਮਹਾਂਪੁਰਸ਼ ਆਏ ਹੋਏ ਆ। ਸਾਰਿਆਂ ਵਿੱਚ ਆਏ ਉਹ ਸਾਧ ਸੰਗਤ ਦਾ ਵੀ, ਸਾਰੇ ਮਹਾਂਪੁਰਸ਼ਾਂ ਦਾ ਵੀ ਧੰਨਵਾਦ ਅਸੀਂ ਕਰਦੇ ਹਾਂ, ਜਾਂ ਆਪਣਾ ਟਾਈਮ ਕੀਮਤੀ ਟਾਈਮ ਕੱਢ ਕੇ ਆਏ। ਔਰ ਧੰਨ ਬਾਬਾ ਸੁਰਮੁਖ ਦੇ ਬਰਛੀ ਦੇ ਉੱਪਰ ਆ ਕੇ ਸਭ ਨੇ ਆ ਕੇ ਦਰਸ਼ਨ ਦਿੱਤੇ। ਔਰ ਸਭ ਨੂੰ ਜੀ ਆਏ ਕਹਿੰਦੇ ਆ। ਸਾਰੀ ਸੰਗਤ ਨੂੰ ਵੀ ਜੈ ਜੀ ਆਏ ਕਹਿੰਦੇ ਆ। ਬਹੁਤ ਸਾਚੇ ਦਰਬਾਰ ਕੀ ਜੈ। ਧੰਨ ਧੰਨ ਬਾਬਾ ਸੁਰਮੁਖ ਦਾ ਮਹਾਰਾਜ ਕੀ ਜੈ। ਬੀਬੀਆਂ ਤੇ ਸੇਵਾਦਾਰਾਂ ਵੱਲੋਂ ਤਿਆਰ ਕੀਤੇ ਗੁਰੂ ਕੇ ਲੰਗਰ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਆਏ ਮਹਾਂਪੁਰਸ਼ਾਂ ਦੀ ਪੰਗਤ ਪੂਜਾ ਵੀ ਕੀਤੀ ਗਈ। ਜੇ ਦੁਨੀਆ ਤੋਂ ਕੁਝ ਖਟਣਾ ਏ, ਇਸ ਦਰ ਤੇ ਆ ਕੇ ਵੇਖ ਜ਼ਰਾ। ਜੇ ਦੁਨੀਆ ਤੋਂ ਕੁਝ ਖਟਣਾ ਏ, ਇਸ ਦਰ ਤੇ ਆ ਕੇ ਵੇਖ ਜ਼ਰਾ। ਅੱਖੀਆਂ ਵਿੱਚ ਬਾਬਾ ਸ੍ਰੀ ਚੰਦ ਦੀ ਤਸਵੀਰ ਵਸਾ ਕੇ ਵੇਖ ਜ਼ਰਾ। ਅੱਖੀਆਂ ਵਿੱਚ ਬਾਬਾ ਸ੍ਰੀ ਚੰਦ ਦੀ ਤਸਵੀਰ ਵਸਾ ਕੇ ਵੇਖ ਜ਼ਰਾ। ਜੇ ਦੁਨੀਆ ਤੋਂ ਕੁਝ ਖਟਣਾ ਏ, ਇਸ ਦਰ ਤੇ ਆ ਕੇ ਵੇਖ ਜ਼ਰਾ। ਜਪੋ ਜੇ ਦੁਨੀਆ ਤੋਂ ਕੁਝ ਖਟਣਾ ਏ, ਬਾਬਾ ਸ੍ਰੀ ਚੰਦ ਦੀ ਤਸਵੀਰ ਵਸਾ ਕੇ ਵੇਖ ਜ਼ਰਾ। ਅੱਖੀਆਂ ਵਿੱਚ ਬਾਬਾ ਸ੍ਰੀ ਚੰਦ ਦੀ ਤਸਵੀਰ ਵਸਾ ਕੇ ਵੇਖ ਜ਼ਰਾ। ਹੋਈ ਕਿਸਮਤ ਬਣਨੇ ਨੂੰ ਇੱਥੇ ਇੱਕ ਵੀ ਪਲ ਨਹੀਂ ਲੱਗਦਾ। ਵਿਗੜੀ ਹੋਈ ਕਿਸਮਤ ਬਣਨੇ ਨੂੰ ਇੱਥੇ ਇੱਕ ਵੀ ਪਲ ਨਹੀਂ ਲੱਗਦਾ। ਤੂੰ ਠਾਕ ਬਾਬਾ ਜੀ ਦੇ ਚਰਨਾਂ ਦੀ ਮਸਤਕ ਤੇ ਲਾ ਕੇ ਦੇਖ ਜ਼ਰਾ। ਤੂੰ ਠਾਕ ਬਾਬਾ ਜੀ ਦੇ ਚਰਨਾਂ ਦੀ ਮਸਤਕ ਤੇ ਲਾ ਕੇ ਵੇਖ ਜ਼ਰਾ। ਜੇ ਦੁਨੀਆ ਤੋਂ ਕੁਝ ਖਟਣਾ ਏ, ਇਸ ਦਰ ਤੇ ਆ ਕੇ ਵੇਖ ਜ਼ਰਾ। ਜਪੋ ਜੇ ਦੁਨੀਆ ਤੋਂ ਕੁਝ ਖਟਣਾ ਏ। ਅੱਖੀਆਂ ਵਿੱਚ ਬਾਬਾ ਸ੍ਰੀ ਚੰਦ ਦੀ ਤਸਵੀਰ ਵਸਾ ਕੇ ਵੇਖ ਜ਼ਰਾ। ਅੱਖੀਆਂ ਵਿੱਚ ਬਾਬਾ ਸ੍ਰੀ ਚੰਦ ਦੀ ਤਸਵੀਰ ਵਸਾ ਕੇ ਵੇਖ ਜ਼ਰਾ। तकदीर तेरी फिर आपे ही मन जावेगी। चिर तो रुसी तकदीर तेरी फिर आपे ही मन जावेगी।
रुसे प्रीतम नो एक बार मना के देख जरा तू अपने रुसे प्रीतम नो एक बार मना के देख जरा ये दुनिया तो कुछ घटना है इस दर ते आके देख जरा बोलो जे दुनिया तो कुछ घटना है सजना जिंदगी मिल जाती है मिट्टी विच मिल के ताने नो सजना जिंदगी मिल जाती है तू ताने वांगू हस्ती नो एक बार मिटा के देख जरा दुनिया तो कुछ घटना है इस दर से आके देख जरा ये दुनिया तो कुछ